ਖੇਤਰਫਲ ਅਤੇ ਆਇਤਨ। ਪਿਆਰੇ ਬੱਚਿਓ, ਤੁਹਾਨੂੰ ਕੁਝ ਆਕ੍ਰਿਤੀਆਂ ਦਿਖ ਰਹੀਆਂ ਹਨ। ਕੀ ਤੁਸੀਂ ਇਹਨਾਂ ਆਕ੍ਰਿਤੀਆਂ ਦੇ ਪਰਿਮਾਪ ਲੱਭ ਸਕਦੇ ਹੋ ਜਾਂ ਕਿਸੇ ਚਿੱਤਰ ਦਾ ਖੇਤਰਫਲ ਪਤਾ ਕਰ ਸਕਦੇ ਹੋ? ਤੇ ਇਹਨਾਂ ਵਿੱਚੋਂ ਕਿਹੜੇ ਇਹ ਜਿਹੇ ਠੋਸ ਆਕ੍ਰਿਤੀਆਂ ਹਨ ਜਿਨ੍ਹਾਂ ਦਾ ਤੁਸੀਂ ਆਇਤਨ ਪਤਾ ਕਰ ਸਕਦੇ ਹੋ? ਤਾਂ ਬੱਚਿਓ, ਆਓ ਅੱਜ ਅਸੀਂ ਖੇਤਰਫਲ ਅਤੇ ਆਇਤਨ ਦੀ ਗੱਲ ਕਰੀਏ। ਤਾਂ ਬੱਚਿਓ, ਪਰਿਮਾਪ ਕੀ ਹੁੰਦਾ ਹੈ? ਕਿਸੇ ਬੰਦ ਸਮਤਲ ਚਿੱਤਰ ਦੀ ਸੀਮਾ ਦੇ ਚਾਰੇ ਪਾਸਿਆਂ ਦੀ ਦੂਰੀ ਨੂੰ ਉਸ ਦਾ ਪਰਿਮਾਪ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਖੇਤਰਫਲ ਕਿਸੇ ਬੰਦ ਸਮਤਲ ਚਿੱਤਰ ਦੁਆਰਾ ਘਿਰੇ ਹੋਏ ਖੇਤਰ ਨੂੰ ਉਸ ਦਾ ਖੇਤਰਫਲ ਕਿਹਾ ਜਾਂਦਾ ਹੈ। ਜਿਵੇਂ ਕਿ ਸਾਡੇ ਕੋਲ ਇਹ ਖੇਤ ਹੈ, ਖੇਤ ਦਾ ਸਾਨੂੰ ਜਿਹੜਾ ਪਰਿਮਾਪ ਹੈ ਉਹ ਬਾੜ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਤੇ ਜਿਹੜਾ ਇਹਦੇ ਵਿੱਚ ਫਸਲ ਬੀਜੀ ਹੋਈ ਹੈ ਉਹ ਸਾਰਾ ਸਾਡਾ ਕੀ ਹੈ? ਖੇਤਰਫਲ ਹੈ। ਵਕਰ ਜਾਂ ਟੇਢੇ ਤਲ ਦਾ ਖੇਤਰਫਲ ਕਿਸੇ ਤਿੰਨ ਪਸਾਰੀ ਠੋਸ ਦੇ ਤਲ ਅਤੇ ਸਿਖਰ ਨੂੰ ਛੱਡ ਕੇ ਬਾਕੀ ਖੇਤਰਫਲ ਨੂੰ ਵਕਰ ਜਾਂ ਟੇਢੇ ਤਲ ਦਾ ਖੇਤਰਫਲ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕੁੱਲ ਸਤ੍ਹਾ ਦਾ ਖੇਤਰਫਲ ਕਿਸੇ ਤਿੰਨ ਪਸਾਰੀ ਠੋਸ ਦੇ ਸਾਰੇ ਫਲਕਾਂ, ਤਲ ਅਤੇ ਸਿਖਰ ਅਤੇ ਵਕਰ ਸਤ੍ਹਾ ਦੇ ਖੇਤਰਫਲ ਨੂੰ ਕੁੱਲ ਸਤ੍ਹਾ ਦਾ ਖੇਤਰਫਲ ਕਿਹਾ ਜਾਂਦਾ ਹੈ। ਆਇਤਨ ਤੇ ਖੇਤਰਫਲ। ਬੱਚਿਓ, ਆਓ ਆਪਾਂ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਲੱਭੀਏ। ਤਾਂ ਇੱਕ ਅਸੀਂ ਗੋਲਾ ਲਿਆ, ਉਸ ਗੋਲੇ ਦੇ ਉੱਪਰ ਧਾਗਾ ਲਪੇਟਿਆ। ਚੰਗੀ ਤਰ੍ਹਾਂ ਤੁਸੀਂ ਦੇਖੋ, ਪੂਰਾ ਧਾਗਾ ਲਪੇਟਿਆ ਤੇ ਫਿਰ ਇੱਕ ਸ਼ੀਟ ਲਈ। ਉਸ ਸ਼ੀਟ ਦੇ ਉੱਤੇ ਜਿੰਨਾ ਅਰਧ ਵਿਆਸ ਇਸ ਗੋਲੇ ਦਾ, ਉਸ ਅਰਧ ਵਿਆਸ ਦੇ ਹੀ ਕੁਝ ਚੱਕਰ ਲਗਾਏ। ਉਹ ਚੱਕਰ ਲਗਾਉਣ ਤੋਂ ਬਾਅਦ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਹ ਧਾਗਾ ਇੱਥੋਂ ਰਿਮੂਵ ਕੀਤਾ ਤੇ ਰਿਮੂਵ ਕਰਕੇ ਉਹਨਾਂ ਚੱਕਰਾਂ ਦੇ ਵਿੱਚ ਲਗਾਉਣਾ ਸ਼ੁਰੂ ਕੀਤਾ। ਜਦ ਚੱਕਰਾਂ 'ਚ ਲਗਾਉਣਾ ਸ਼ੁਰੂ ਕੀਤਾ ਤਾਂ 4 ਚੱਕਰਾਂ ਦੇ ਵਿੱਚ ਆ ਕੇ ਧਾਗਾ ਖਤਮ ਹੋ ਗਿਆ। 4 ਹੀ ਚੱਕਰ ਭਰੇ। ਤੁਸੀਂ ਜਿੰਨੇ ਮਰਜ਼ੀ ਚੱਕਰ ਲਗਾ ਸਕਦੇ ਹੋ, ਪਰ ਇੱਥੇ 4 ਹੀ ਚੱਕਰ ਭਰੇ। ਤੇ ਤੁਹਾਨੂੰ ਪਤਾ ਹੈ ਇੱਕ ਚੱਕਰ ਦਾ ਖੇਤਰਫਲ ਕਿੰਨਾ ਹੁੰਦਾ ਹੈ? ਪਾਈ ਆਰ ਦੀ 2। ਤਾਂ 1 2 3 4, ਤਾਂ ਚਾਰਾਂ ਦਾ ਮਿਲਾ ਕੇ ਕਿੰਨਾ ਹੋ ਜਾਏਗਾ? 4 ਪਾਈ ਆਰ ਦੀ 2। ਤਾਂ ਤੁਸੀਂ ਕਹਿ ਸਕਦੇ ਹੋ ਹੁਣ ਕਿ ਗੋਲੇ ਦੀ ਸਤ੍ਹਾ ਦਾ ਖੇਤਰਫਲ ਕਿੰਨਾ ਹੋਏਗਾ? 4 ਪਾਈ ਆਰ ਦੀ 2 ਵਰਗ ਇਕਾਈ। ਇੱਕ ਠੋਸ ਗੋਲਾ ਲਓ। ਇਸ ਦੇ ਕੇਂਦਰ ਵਿੱਚੋਂ ਲੰਘਦੇ ਹੋਏ ਤਲ ਦੁਆਰਾ, ਜੇ ਇਸ ਦੇ ਕੇਂਦਰ ਚੋਂ ਕੋਈ ਤਲ ਕੱਢਿਆ ਜਾਵੇ, ਉਹ ਇਹਨੂੰ 2 ਬਰਾਬਰ ਭਾਗਾਂ ਵਿੱਚ ਵੰਡ ਦੇਵੇਗਾ ਤੇ ਜਿਹੜੇ ਉਹ ਬਰਾਬਰ ਭਾਗ ਤੁਹਾਨੂੰ ਮਿਲਣਗੇ ਉਹ ਹਰ ਇੱਕ ਕੀ ਹੈ ਆਪਣੇ ਕੋਲੇ? ਅਰਧ ਗੋਲਾ। ਇਸ ਦੇ 2 ਫਲਕ ਹੁੰਦੇ ਹਨ, ਇੱਕ ਵਕਰੀ, ਪਰ ਜਦੋਂ ਤਲ ਤੋਂ ਕੱਟਿਆ ਤਾਂ ਇੱਕ ਸਮਤਲ ਫਲਕ ਵੀ ਸਾਨੂੰ ਪ੍ਰਾਪਤ ਹੁੰਦਾ ਹੈ। ਤਾਂ ਇਸ ਲਈ ਜੇ ਹੁਣ ਅਰਧ ਗੋਲੇ ਦੀ ਵਕਰ ਸਤ੍ਹਾ ਦਾ ਖੇਤਰਫਲ ਕੱਢਣਾ ਹੋਵੇ ਤਾਂ ਫਿਰ ਉਹ ਕੀ ਹੋਏਗਾ ਆਪਣੇ ਕੋਲੇ? ਉਹ ਗੋਲੇ ਦੀ ਸਤ੍ਹਾ ਦਾ ਖੇਤਰਫਲ ਦਾ ਅੱਧਾ ਹੋਵੇਗਾ। ਤਾਂ ਪੂਰਾ ਵਕਰ ਦਾ ਖੇਤਰਫਲ ਗੋਲੇ ਦਾ ਕਿੰਨਾ ਹੁੰਦਾ ਹੈ? 4 ਪਾਈ ਆਰ ਦੀ 2। ਤਾਂ ਫਿਰ ਅੱਧਾ ਕਿੰਨਾ ਹੋਏਗਾ? 2 ਪਾਈ ਆਰ ਦੀ 2। ਪਰ ਜੇ ਸਾਨੂੰ ਕੋਈ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਕਵੇ ਤਾਂ ਫਿਰ ਤੁਹਾਨੂੰ ਇੱਕ ਹੋਰ ਸਤ੍ਹਾ ਪ੍ਰਾਪਤ ਹੋਈ ਸੀ। ਕਿਹੜੀ ਸਤ੍ਹਾ ਪ੍ਰਾਪਤ ਹੋਈ ਸੀ? ਸਮਤਲ ਫਲਕ। ਤਾਂ ਉਹ ਵੀ ਸਾਨੂੰ ਵਿੱਚ ਜੋੜਨਾ ਪਏਗਾ। ਤਾਂ ਫਿਰ ਕੁੱਲ ਖੇਤਰਫਲ ਕਿੰਨਾ ਹੋਏਗਾ? 2 ਪਾਈ ਆਰ ਦੀ 2 ਜੋ ਅੱਧੇ ਦਾ ਆਇਆ ਸੀ, ਜਮਾ ਜਿਹੜੀ ਉਹ ਸਾਨੂੰ ਸਮਤਲ ਸਤ੍ਹਾ ਚੱਕਰ ਦਿਖ ਰਿਹਾ ਹੈ ਪਾਈ ਆਰ ਦੀ 2। ਤਾਂ ਇਹ ਕੁੱਲ ਮਿਲਾ ਕੇ ਕਿੰਨਾ ਹੋ ਜਾਏਗਾ? 3 ਪਾਈ ਆਰ ਦੀ 2। ਤਾਂ ਜੇ ਗੋਲੇ ਦਾ ਆਇਤਨ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਅਰਧ ਗੋਲੇ ਦਾ ਆਇਤਨ ਵੀ ਪਤਾ ਕਰ ਸਕਦੇ ਹੋ। ਤੇ ਗੋਲੇ ਦਾ ਆਇਤਨ ਆਪਾਂ ਕੀਤਾ ਸੀ ਬੱਚਿਓ, ਕਿੰਨਾ ਸੀ ਗੋਲੇ ਦਾ ਆਇਤਨ? 4/3 ਪਾਈ ਆਰ ਦੀ 3। ਤਾਂ ਇਹਦਾ ਜੇ ਅੱਧਾ ਕਰਾਂਗੇ ਤਾਂ 1/2 ਨਾਲ ਗੁਣਾ ਕਰ ਦੇਵਾਂਗੇ। ਤਾਂ ਅਰਧ ਗੋਲੇ ਦਾ ਆਇਤਨ ਕਿੰਨਾ ਹੋ ਜਾਏਗਾ? 2/3 ਪਾਈ ਆਰ ਦੀ 3। ਬੱਚਿਓ, ਕਿਆ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ ਇਹ ਦੇਖੀਆਂ ਹਨ? ਜਿਵੇਂ ਗਲਾਸ, ਗਮਲਾ, ਬਾਲਟੀ। ਤੁਸੀਂ ਦੱਸ ਸਕਦੇ ਹੋ ਇਹਨਾਂ ਆਕ੍ਰਿਤੀਆਂ ਨੂੰ ਅਸੀਂ ਕੀ ਕਹਿੰਦੇ ਹਾਂ? ਬੱਚਿਓ, ਇਹ ਜਿਹੜੀਆਂ ਆਕ੍ਰਿਤੀਆਂ ਤੁਸੀਂ ਦੇਖ ਰਹੇ ਹੋ ਜਾਂ ਚੀਜ਼ਾਂ ਦੇਖ ਰਹੇ ਹੋ, ਇਸ ਨੂੰ ਅਸੀਂ ਸ਼ੰਕੂ ਦਾ ਛਿਨਕ ਜਾਂ ਇੰਗਲਿਸ਼ ਦੇ ਵਿੱਚ ਫਰਸਟਮ ਆਖਦੇ ਹਾਂ। ਇਹ ਕੀ ਹੁੰਦਾ ਹੈ ਬੱਚਿਓ? ਆਓ ਅਸੀਂ ਇੱਕ ਸ਼ੰਕੂ ਲੈਂਦੇ ਹਾਂ, ਉਸ ਤੋਂ ਅਸੀਂ ਫਰਸਟਮ ਜਾਂ ਛਿਨਕ ਕਿਵੇਂ ਤਿਆਰ ਕਰਦੇ ਹਾਂ ਇਹ ਦੇਖਦੇ ਹਾਂ। ਅਸੀਂ ਕੀ ਕਰਦੇ ਹਾਂ? ਇੱਕ ਸ਼ੰਕੂ ਲੈਂਦੇ ਹਾਂ,
ਉਸ ਦੇ ਉੱਪਰਲੇ ਪਾਸੇ ਇੱਕ ਸ਼ੰਕੂ ਕੱਟਦੇ ਹਾਂ। ਜਦੋਂ ਅਸੀਂ ਸ਼ੰਕੂ ਕੱਟਦੇ ਹਾਂ ਤਾਂ ਸਾਡੇ ਕੋਲ ਅਗਰ ਅਸੀਂ ਉਸ ਸ਼ੰਕੂ ਨੂੰ ਹਟਾ ਦਈਏ ਤਾਂ ਬਾਕੀ ਜਿਹੜਾ ਤਲ ਦੂਜੇ ਪਾਸੇ ਸਾਡੇ ਕੋਲ ਬਣ ਰਿਹਾ ਹੈ ਸ਼ੰਕੂ ਦਾ ਭਾਗ, ਉਹਨੂੰ ਅਸੀਂ ਕੀ ਬੋਲਦੇ ਹਾਂ? ਸ਼ੰਕੂ ਦਾ ਚੀਨਕ ਆਖਦੇ ਹਾਂ। ਇਸ ਦੇ ਵਿੱਚ ਸਾਡੇ ਆਧਾਰ ਹੈ ਜਿਹੜਾ, ਉਹਦੇ ਵਿੱਚ ਇੱਕ ਚੱਕਰ ਬਣ ਰਿਹਾ ਹੈ, ਸਮਤਲ ਚੱਕਰ। ਐਦਾਂ ਹੀ ਸਾਡੇ ਕੋਲ ਇੱਕ ਜਿਹੜਾ ਉੱਪਰਲੇ ਪਾਸੇ ਹੈ ਉੱਥੇ ਵੀ ਕੀ ਬਣ ਰਿਹਾ ਹੈ? ਇੱਕ ਚੱਕਰ ਬਣ ਰਿਹਾ ਹੈ। ਤਾਂ ਅਸੀਂ ਕੀ ਕਰਦੇ ਹਾਂ? ਇਸ ਸ਼ੰਕੂ ਦਾ ਜਿਹੜਾ ਆਇਤਨ ਹੈ ਉਹ ਕਿਵੇਂ ਪਤਾ ਕਰਦੇ ਹਾਂ? ਇਸ ਦੇ ਲਈ ਸਾਡੇ ਕੋਲ ਫਾਰਮੂਲਾ ਹੈ 1/3 ਪਾਈ ਬ੍ਰੈਕਟ ਵਿੱਚ r1 ਦੀ ਘਾਤ 2 ਜਮਾ r2 ਦੀ ਘਾਤ 2 ਜਮਾ r1 ਗੁਣਾ r2 ਬ੍ਰੈਕਟ ਬੰਦ ਗੁਣਾ h। ਔਰ ਇਹ r1 ਕੀ ਹੈ? r1 ਹੈ ਸਾਡੇ ਕੋਲ ਤਲ ਦਾ ਅਰਧ ਵਿਆਸ। ਐਦਾਂ ਹੀ ਸਾਡੇ ਕੋਲ r2 ਕੀ ਹੈ? ਜਿਹੜਾ ਸਾਡਾ ਉੱਪਰ ਕੀ ਬਣ ਰਿਹਾ ਹੈ? ਦੂਜਾ ਤਲ ਬਣ ਰਿਹਾ, ਉਸ ਦਾ ਅਰਧ ਵਿਆਸ ਹੈ। ਇਸੇ ਤਰ੍ਹਾਂ ਅਗਰ ਅਸੀਂ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਇਹ ਸਾਡਾ ਕੀ ਹੋਵੇਗਾ? ਪਾਈ ਬ੍ਰੈਕਟ r1 ਜਮਾ r2 ਬ੍ਰੈਕਟ ਬੰਦ ਗੁਣਾ l। ਇੱਥੇ l ਕੀ ਹੈ? ਸਾਡੀ ਤਿਰਛੀ ਉਚਾਈ ਹੈ। ਤਿਰਛੀ ਉਚਾਈ ਅਸੀਂ ਕਿਵੇਂ ਪਤਾ ਕਰ ਸਕਦੇ ਹਾਂ? ਸਾਨੂੰ ਅਗਰ ਸ਼ੰਕੂ ਦੇ ਚਿਨਕ ਦੀ ਉਚਾਈ ਪਤਾ ਹੈ ਤੇ ਤਲ ਅਤੇ ਇਸ ਦੀ ਉੱਪਰਲੀ ਸਤ੍ਹਾ ਦਾ ਅਰਧ ਵਿਆਸ ਪਤਾ ਹੈ ਤਾਂ ਅਸੀਂ ਕੀ ਹੈ ਉੱਥੋਂ ਤਿਰਛੀ ਉਚਾਈ ਵੀ ਪਤਾ ਕਰ ਸਕਦੇ ਹਾਂ। ਸ਼ੰਕੂ। ਸ਼ੰਕੂ ਇੱਕ 3 ਪਸਾਰੀ ਆਕ੍ਰਿਤੀ ਹੁੰਦੀ ਹੈ ਜਿਸ ਵਿੱਚ ਚੱਕਰਾਕਾਰ ਆਧਾਰ ਨੂੰ ਅਜਿਹੀ ਵਕਰ ਨਾਲ ਜੋੜਿਆ ਹੁੰਦਾ ਹੈ ਜਿਸ ਦਾ ਅੰਤ ਇੱਕ ਸਿਖਰ ਹੁੰਦਾ ਹੈ। ਆਓ ਬੱਚਿਓ, ਕ੍ਰਿਆ ਰਾਹੀਂ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੀਏ। ਇੱਕ ਕਾਗਜ਼ ਜਾਂ ਪਤਲੇ ਗੱਤੇ ਦਾ ਸ਼ੰਕੂ ਲਓ ਜਿਸ ਦਾ ਅਰਧ ਵਿਆਸ r, ਉਚਾਈ h ਤੇ ਤਿਰਛੀ ਉਚਾਈ l ਹੋਵੇ। ਹੁਣ ਇਸ ਅਰਧ ਵਿਆਸੀ ਖੰਡ ਕਾਗਜ਼ ਦੇ ਟੁਕੜੇ ਤੇ 3 ਰੇਖਾ ਖੰਡ ਇਸ ਤਰ੍ਹਾਂ ਲਓ ਜੋ ਇਸ ਨੂੰ 4 ਬਰਾਬਰ ਹਿੱਸਿਆਂ ਵਿੱਚ ਵੰਡ ਦੇਵੇ। ਇਸ ਨੂੰ 4 ਟੁਕੜਿਆਂ ਵਿੱਚ ਕੱਟ ਲਵੋ ਤੇ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਇਹਨਾਂ ਨੂੰ ਜੋੜ ਲਓ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ੰਕੂ ਦੀ ਟੇਢੀ ਸਤ੍ਹਾ ਦਾ ਖੇਤਰਫਲ ਸਮਾਨੰਤਰ ਚਤੁਰਭੁਜ ਦਾ ਖੇਤਰਫਲ ਦੇ ਬਰਾਬਰ ਹੋਵੇਗਾ। ਹੁਣ ਆਪਾਂ ਕਹਿ ਸਕਦੇ ਹਾਂ ਸਮਾਨੰਤਰ ਚਤੁਰਭੁਜ ਦਾ ਖੇਤਰਫਲ ਆਧਾਰ ਗੁਣਾ ਸਿਖਰ ਲੰਬ। ਤਾਂ ਆਧਾਰ ਸਾਡੇ ਕੋਲ ਕੀ ਹੈ? ਪਾਈ r ਤੇ ਸਿਖਰ ਲੰਬ ਕੀ ਹੈ? l। ਇਸ ਲਈ ਸ਼ੰਕੂ ਦੀ ਟੇਢੀ ਜਾਂ ਵਕਰ ਸਤ੍ਹਾ ਦਾ ਜਿਹੜਾ ਖੇਤਰਫਲ ਹੈ ਉਹ ਕੀ ਹੈ? ਪਾਈ r l। ਹੁਣ ਜੇਕਰ ਅਸੀਂ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ, ਬਰਾਬਰ ਆ ਜਾਵੇਗਾ ਠੋਸ ਸ਼ੰਕੂ ਦੀ ਸਤ੍ਹਾ ਦਾ ਖੇਤਰਫਲ ਪਲੱਸ ਠੋਸ ਸ਼ੰਕੂ ਦੇ ਆਧਾਰ ਦਾ ਖੇਤਰਫਲ, ਜੋ ਕਿ ਸਾਡੇ ਕੋਲ ਕੀ ਆਏਗਾ? ਪਾਈ r l ਜਮਾ ਪਾਈ r ਦੀ ਘਾਤ 2। ਲੰਬ ਚੱਕਰੀ ਸ਼ੰਕੂ ਦਾ ਆਇਤਨ ਪਤਾ ਕਰੀਏ। ਇੱਕ ਹੀ ਆਧਾਰ ਦੇ ਅਰਧ ਵਿਆਸ ਵਾਲੇ ਅਤੇ ਇੱਕ ਹੀ ਉਚਾਈ ਵਾਲੇ ਵੇਲਣ ਅਤੇ ਸ਼ੰਕੂ ਲਓ। ਸ਼ੰਕੂ ਨੂੰ ਰੇਤ ਨਾਲ ਇੱਕ ਵਾਰ ਉੱਪਰ ਤੱਕ ਭਰੋ ਅਤੇ ਇਸ ਰੇਤ ਨੂੰ ਵੇਲਣ ਵਿੱਚ ਪਾ ਦਿਓ। ਅਸੀਂ ਦੇਖਦੇ ਹਾਂ ਇਸ ਨਾਲ ਵੇਲਣ ਦਾ ਕੁਝ ਹਿੱਸਾ ਭਰ ਗਿਆ ਹੈ। ਫਿਰ ਅਸੀਂ ਦੁਬਾਰਾ ਸ਼ੰਕੂ ਨੂੰ ਰੇਤ ਨਾਲ ਭਰ ਕੇ ਵੇਲਣ ਵਿੱਚ ਪਾ ਦਿੰਦੇ ਹਾਂ। ਅਸੀਂ ਦੇਖਦੇ ਹਾਂ ਕਿ ਵੇਲਣ ਅਜੇ ਤੱਕ ਵੀ ਪੂਰਾ ਨਹੀਂ ਭਰਿਆ। ਤੀਜੀ ਵਾਰ ਫਿਰ ਰੇਤ ਨਾਲ ਭਰ ਕੇ ਵੇਲਣ ਵਿੱਚ ਪਾ ਦਿਓ। ਅਸੀਂ ਦੇਖਦੇ ਹਾਂ ਕਿ ਵੇਲਣ ਹੁਣ ਪੂਰਾ ਭਰ ਗਿਆ ਹੈ। ਇਸ ਪ੍ਰਯੋਗ ਨਾਲ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ 3 ਸ਼ੰਕੂਆਂ ਦਾ ਆਇਤਨ ਵੇਲਣ ਦੇ ਆਇਤਨ ਦੇ ਬਰਾਬਰ ਹੈ। ਇਸ ਦਾ ਅਰਥ ਕੀ ਨਿਕਲਦਾ ਹੈ ਕਿ ਜੇਕਰ ਸ਼ੰਕੂ ਅਤੇ ਵੇਲਣ
ਦੇ ਆਧਾਰ ਅਤੇ ਅਰਧ ਵਿਆਸ ਇੱਕ ਹੀ ਹੋਣ ਅਤੇ ਉਚਾਈ ਵੀ ਇੱਕ ਹੀ ਹੋਵੇ ਤਾਂ ਸ਼ੰਕੂ ਦਾ ਆਇਤਨ ਵੇਲਣ ਦੇ ਆਇਤਨ ਦਾ 1/3 ਹੁੰਦਾ ਹੈ। ਕਿਉਂਕਿ 3 ਨਾਲ ਭਰਿਆ ਸੀਗਾ, ਇਸ ਲਈ 1/3 ਹੁੰਦਾ ਹੈ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸ਼ੰਕੂ ਦਾ ਆਇਤਨ ਕੀ ਹੋਵੇਗਾ? 1/3 ਪਾਈ r⁵ ਆਓ ਬੱਚਿਓ, ਅਸੀਂ ਹੁਣ ਠੋਸਾਂ ਦੇ ਸੰਯੋਜਨਾਂ ਦਾ ਆਇਤਨ ਪਤਾ ਕਰੀਏ। ਦੋ ਸਮਾਨ ਆਧਾਰ ਵਾਲੇ ਠੋਸਾਂ ਦੇ ਸੰਯੋਜਨ ਨਾਲ ਬਣੇ ਠੋਸ ਦਾ ਆਇਤਨ ਅਸਲ ਵਿੱਚ ਦੋਨਾਂ ਦੇ ਆਇਤਨਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਅਸੀਂ ਦੋਨਾਂ ਠੋਸਾਂ ਦੇ ਆਇਤਨਾਂ ਨੂੰ ਜੋੜਦੇ ਹਾਂ ਤੇ ਜੋੜਨ ਤੋਂ ਬਾਅਦ ਜਿਹੜਾ ਆਇਤਨ ਪ੍ਰਾਪਤ ਹੁੰਦਾ ਹੈ ਉਹ ਉਸ ਇਕੱਲੇ ਠੋਸ ਦਾ ਆਇਤਨ ਪ੍ਰਾਪਤ ਹੁੰਦਾ ਹੈ। ਜਿਵੇਂ ਕਿ ਅਸੀਂ ਹੇਠਾਂ ਇੱਕ ਉਦਾਹਰਨ ਵਿੱਚ ਦੇਖਾਂਗੇ। ਇੱਕ ਖਿਡੌਣਾ ਜਿਸ ਦਾ ਅਰਧ ਵਿਆਸ 3.5 ਸੈਂਟੀਮੀਟਰ ਹੈ ਅਤੇ ਇੱਕ ਸ਼ੰਕੂ ਦੇ ਆਕਾਰ ਦਾ ਹੈ ਜੋ ਉਸ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਤੇ ਟਿਕਿਆ ਹੋਇਆ ਹੈ। ਇਸ ਖਿਡੌਣੇ ਦੀ ਕੁੱਲ ਉਚਾਈ 15.5 ਸੈਂਟੀਮੀਟਰ ਹੈ। ਤਾਂ ਇਸ ਖਿਡੌਣੇ ਦਾ ਆਇਤਨ ਪਤਾ ਕਰਨਾ ਹੈ। ਤਾਂ ਉਹ ਕਿਸ ਤਰ੍ਹਾਂ ਪਤਾ ਹੋਏਗਾ ਆਇਤਨ? ਤਾਂ ਖਿਡੌਣੇ ਦਾ ਆਇਤਨ ਕਿਹਦੇ ਬਰਾਬਰ ਹੋਏਗਾ? ਸ਼ੰਕੂ ਦਾ ਆਇਤਨ। ਪਹਿਲਾਂ ਅਸੀਂ ਸ਼ੰਕੂ ਦਾ ਆਇਤਨ ਪਤਾ ਕਰ ਲਵਾਂਗੇ ਤੇ ਉਹਦੇ ਵਿੱਚ ਪਲੱਸ ਕਰਾਂਗੇ, ਕਿਹਦਾ ਕਰਾਂਗੇ ਜੀ? ਅਰਧ ਗੋਲੇ ਦਾ ਆਇਤਨ। ਤਾਂ ਇਹਨਾਂ ਦੋਨਾਂ ਦਾ ਆਇਤਨ ਮਿਲਾ ਕੇ ਤੁਹਾਨੂੰ ਖਿਡੌਣੇ ਦਾ ਆਇਤਨ ਪ੍ਰਾਪਤ ਹੋ ਜਾਏਗਾ। ਠੋਸਾਂ ਦੇ ਸੰਯੋਜਨਾਂ ਦੀ ਸਤ੍ਹਾ ਦਾ ਖੇਤਰਫਲ ਲੱਭਣਾ। ਕੁਝ ਇਸ ਤਰ੍ਹਾਂ ਦੇ ਠੋਸ ਬਣਾਏ ਜਾਂਦੇ ਹਨ ਜੋ ਅਲੱਗ-ਅਲੱਗ ਤਰ੍ਹਾਂ ਦੇ 2 ਜਾਂ 3 ਅਲੱਗ-ਅਲੱਗ ਤਰ੍ਹਾਂ ਦੇ ਠੋਸਾਂ ਨੂੰ ਮਿਲਾ ਕੇ ਬਣੇ ਹੁੰਦੇ ਹਨ। ਤੇ ਜੇ ਅਸੀਂ ਕੁੱਲ ਸਤ੍ਹਾ ਦਾ ਖੇਤਰਫਲ ਲੱਭਣਾ ਹੋਵੇ ਤਾਂ ਅਲੱਗ-ਅਲੱਗ ਠੋਸਾਂ ਦੇ ਖੇਤਰਫਲਾਂ ਦੇ ਕੁਝ ਭਾਗ ਵਿੱਚ ਲੁਪਤ ਹੋ ਜਾਂਦੇ ਹਨ ਤੇ ਜੇ ਅਸੀਂ ਉਹ ਵੀ ਵਿੱਚ ਜੋੜੀਏ ਤਾਂ ਖੇਤਰਫਲ ਗਲਤ ਹੋ ਜਾਂਦਾ ਹੈ। ਤਾਂ ਅਸੀਂ ਇੱਦਾਂ ਜੇ ਕੁੱਲ ਸਤ੍ਹਾ ਦਾ ਖੇਤਰਫਲ ਲੱਭਣਾ ਹੋਵੇ ਤਾਂ ਅਸੀਂ ਉਹਨਾਂ ਨੂੰ ਮਿਲਾ ਕੇ ਇਕੱਠਾ ਲੱਭਦੇ ਹਾਂ। ਉਦਾਹਰਨ ਦੇ ਤੌਰ ਤੇ ਇੱਕ ਖਿਡੌਣਾ ਅਰਧ ਵਿਆਸ 3.5 ਸੈਂਟੀਮੀਟਰ ਵਾਲੇ ਇੱਕ ਸ਼ੰਕੂ ਦੇ ਆਧਾਰ ਦਾ ਹੈ ਜੋ ਉਸੇ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਤੇ ਟਿਕਿਆ ਹੈ। ਇਸ ਖਿਡੌਣੇ ਦੀ ਕੁੱਲ ਉਚਾਈ 15.5 ਸੈਂਟੀਮੀਟਰ ਹੈ। ਅਸੀਂ ਇਸ ਖਿਡੌਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ। ਬੱਚਿਓ, ਹੁਣ ਅਸੀਂ ਦੇਖਾਂਗੇ ਕਿ ਖਿਡੌਣੇ ਦੀ ਕੁੱਲ ਸਤ੍ਹਾ ਦਾ ਜਿਹੜਾ ਖੇਤਰਫਲ ਹੈ ਉਹ ਕਿਸ ਦੇ ਬਰਾਬਰ ਹੋਏਗਾ? ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਜਮਾ ਅਰਧ ਗੋਲੇ ਦੀ ਵਕਰ ਸਤ੍ਹਾ ਦਾ ਖੇਤਰਫਲ। ਹੁਣ ਬੱਚਿਓ, ਉਰੇ ਅਸੀਂ ਸ਼ੰਕੂ ਦੀ ਸਿਰਫ ਵਕਰ ਸਤ੍ਹਾ ਦਾ ਖੇਤਰਫਲ ਹੀ ਲਿਆ ਹੈ, ਇਹਦੀ ਕੁੱਲ ਸਤ੍ਹਾ ਦਾ ਅਸੀਂ ਇਸ ਦੇ ਤਲ ਦਾ ਨਹੀਂ ਲਿਆ। ਇਸੇ ਤਰ੍ਹਾਂ ਅਰਧ ਗੋਲੇ ਦੀ ਅਸੀਂ ਸਿਰਫ ਵਕਰ ਸਤ੍ਹਾ ਲਈ ਹੈ, ਇਸ ਦੀ ਉੱਪਰ ਜਿਹੜਾ ਸਰਕਲ ਬਣ ਰਿਹਾ ਉਹ ਸਤ੍ਹਾ ਨਹੀਂ ਲਈ, ਕਿਉਂਕਿ ਜਦੋਂ ਇਹਨਾਂ ਦੋਨਾਂ ਨੂੰ ਮਿਲਾਇਆ ਗਿਆ ਤਾਂ ਉਹ ਜਿਹੜੀ ਸਾਡੀ ਦੋਨੋਂ ਸਤ੍ਹਾ ਦੇ ਖੇਤਰਫਲ ਸੀ ਉਹ ਲੁਪਤ ਹੋ ਗਏ ਹਨ। ਇਸ ਤਰ੍ਹਾਂ ਦੀ ਆਕ੍ਰਿਤੀਆਂ ਦੇ ਵਿੱਚ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜਾ ਭਾਗ ਸਾਡਾ ਲੁਪਤ ਹੋ ਗਿਆ ਹੈ ਉਸ ਦਾ ਖੇਤਰਫਲ ਅਸੀਂ ਵਿੱਚ ਨਹੀਂ ਜੋੜਨਾ।